Good morning students. Now we will start the part third of quantitative methods. ਆਪਾਂ ਨੂੰ ਪਤਾ ਆਪਾਂ quantitative methods ਕਰ ਰਹੇ ਹਾਂ। ਇਹ ਤੋਂ ਪਹਿਲਾਂ ਕੀ ਕੀਤਾ ਦੇਖੋ ਆਪਾਂ ਕਰ ਰਹੇ ਹਾਂ ਕੁਆਂਟੀਟੇਟਿਵ ਮੈਥਡਸ ਆਫ ਕ੍ਰੈਡਿਟ ਕੰਟਰੋਲ। ਠੀਕ ਹੈ, ਉਹਦਾ ਪਹਿਲਾਂ ਆਪਾਂ ਕੀ ਕੰਪਲੀਟ ਕੀਤਾ ਬੈਂਕ ਰੇਟ ਐਂਡ ਰੈਪੋ ਰੇਟ। ਠੀਕ ਹੈ, ਅੱਜ ਆਪਾਂ ਆਹ ਵਾਲੀ ਵੀਡੀਓ ਦੇ ਵਿੱਚ 3 ਪੁਆਇੰਟਸ ਨੂੰ ਕਵਰ ਕਰਨਾ, 3 ਮੈਥਡਸ ਨੂੰ ਕਵਰ ਕਰਨਾ। ਉਹ ਕੀ ਹੈ ਓਪਨ ਮਾਰਕੀਟ ਓਪਰੇਸ਼ਨਸ, ਮਿਨੀਮਮ ਰਿਜ਼ਰਵ ਰੇਸ਼ੋ, ਲਿਕੁਇਡਿਟੀ ਰੇਸ਼ੋ। ਠੀਕ ਹੈ, ਮਿਨੀਮਮ ਰਿਜ਼ਰਵ ਰੇਸ਼ੋ ਨੂੰ ਹੋਰ ਵੀ ਕੀ ਕਿਹਾ ਜਾਂਦਾ ਚੇਂਜ ਇਨ ਕੈਸ਼ ਰਿਜ਼ਰਵ ਰੇਸ਼ੋ, ਐਂਡ ਲਿਕੁਇਡਿਟੀ ਰੇਸ਼ੋ ਨੂੰ ਕੀ ਕਿਹਾ ਜਾਂਦਾ ਚੇਂਜ ਇਨ ਲਿਕੁਇਡਿਟੀ ਰੇਸ਼ੋ ਵੀ ਕਿਹਾ ਜਾਂਦਾ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਕਿ ਵਟ ਇਜ਼ ਮਿਨੀਮਮ ਰਿਜ਼ਰਵ ਰੇਸ਼ੋ। ਦੇਖੋ ਇਹਨੂੰ ਕੀ ਕਿਹਾ ਜਾਂਦਾ CRR। CRR ਸਟੈਂਡਸ ਫॉर ਕੈਸ਼ ਰਿਜ਼ਰਵ ਰੇਸ਼ੋ। ਇਹਦਾ ਮਤਲਬ ਕੀ ਆ, ਇਹਦੇ ਮੀਨਿੰਗ ਪੜ੍ਹਦੇ ਹਾਂ ਹੁਣ ਆਪਾਂ। CRR is nothing but the portion of total deposits of the commercial banks which they must keep as cash reserves with the RBI। ਠੀਕ ਹੈ, CRR ਕੀ ਆ, ਇਹ ਕਮਰਸ਼ੀਅਲ ਬੈਂਕਸ ਦੇ ਟੋਟਲ ਡਿਪੋਜ਼ਿਟਸ ਕਿਹੜੇ ਹੁੰਦੇ ਆ ਜਿਹੜੇ ਕਿ ਲੋਕ ਜਾਂ ਫਿਰ ਆਪਾਂ ਕੀ ਆ ਕਮਰਸ਼ੀਅਲ ਬੈਂਕ ਕੋਲ ਆਪਣੇ ਪੈਸੇ ਜਮ੍ਹਾਂ ਕਰਵਾਉਂਦੇ ਆ, ਉਹ ਉਹਨਾਂ ਦੇ ਕੀ ਹੋ ਗਏ ਟੋਟਲ ਡਿਪੋਜ਼ਿਟ ਹੋ ਗਏ। ਠੀਕ ਹੈ, ਉਹਨਾਂ ਦਾ ਕੁਝ ਕੁ ਪੋਰਸ਼ਨ ਕੀ ਆ ਜਿਹੜੇ ਕਮਰਸ਼ੀਅਲ ਬੈਂਕ ਨੂੰ RBI ਕੋਲ ਜਮ੍ਹਾਂ ਕਰਵਾਉਣੇ ਪੈਂਦੇ ਆ। ਠੀਕ ਹੈ, ਰਿਜ਼ਰਵ ਰੱਖਣੇ ਪੈਂਦੇ ਆ ਉਹਨਾਂ ਕੋਲ, ਉਹਨਾਂ ਨੂੰ ਕੀ ਕਹਿੰਦੇ ਆ CRR। ਦੇਖੋ ਦਿਸ ਇਜ਼ ਫਿਕਸਡ ਬਾਈ ਦਾ ਕਮਰਸ਼ੀਅਲ ਬੈਂਕ ਐਂਡ ਇਜ਼ varied from time to time to control the supply of money in the economy। ਕੀ ਕਹਿੰਦੇ ਆ ਆਪਣੀ ਇਕੋਨਮੀ ਦੇ ਵਿੱਚ ਮਨੀ ਸਪਲਾਈ ਕਰਨ ਦੇ ਲਈ ਕੀ ਆ ਇਹਨੂੰ ਕੌਣ ਫਿਕਸ ਕਰਦਾ ਸੈਂਟਰਲ ਬੈਂਕ। ਤੇ ਟਾਈਮ ਟੂ ਟਾਈਮ ਕੀ ਆ ਇਹ ਜਿਹੜੀ ਕੈਸ਼ ਰਿਜ਼ਰਵ ਰੇਸ਼ੀਓ ਆ ਇਹਦੀ ਪਰਸੈਂਟੇਜ ਆ ਇਹਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ। ਠੀਕ ਹੈ, ਇਹ ਕਿਹੜੀ ਰੇਸ਼ੀਓ ਆ ਜਿਹੜੀ ਕਿ RBI ਦੇ ਕੋਲ ਜਿਹੜਾ ਵੀ ਪੋਰਸ਼ਨ ਆ ਟੋਟਲ ਡਿਪੋਜ਼ਿਟ ਦਾ ਠੀਕ ਹੈ ਉਹ ਜਮ੍ਹਾਂ ਕਰਵਾਇਆ ਜਾਂਦਾ ਕਮਰਸ਼ੀਅਲ ਬੈਂਕ ਦੇ ਦੁਆਰਾ। ਇਸ ਤੋਂ ਅੱਗੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਕ੍ਰੈਡਿਟ ਮਲਟੀਪਲਾਇਰ ਕੀ ਆ। ਠੀਕ ਹੈ, ਇਹਦੇ ਬਾਰੇ ਆਪਾਂ ਅਲੱਗ ਤੋਂ ਇੱਕ ਟੌਪਿਕ ਪੜ੍ਹਨਾ। ਠੀਕ ਹੈ, ਇਸੇ ਟੌਪਿਕ ਦੇ ਵਿੱਚ ਸਿਰਫ ਤੁਸੀਂ ਇੰਨਾ ਯਾਦ ਕਰਨਾ ਵੀ ਕ੍ਰੈਡਿਟ ਮਲਟੀਪਲਾਇਰ ਕੀ ਆ 1/CRR ਮਤਲਬ 1/ਕੈਸ਼ ਰਿਜ਼ਰਵ ਰੇਸ਼ੋ। ਕ੍ਰੈਡਿਟ ਮਲਟੀਪਲਾਇਰ ਕੀ ਆ ਇਹ CRR ਦਾ ਕੀ ਆ ਰੈਸੀਪ੍ਰੋਕਲ ਆ। ਠੀਕ ਹੈ, ਕੀ ਕਹਿੰਦੇ ਆ ਇਹਨਾਂ ਦੇ ਵਿੱਚ ਉਲਟ ਸੰਬੰਧ ਆ। ਕਹਿੰਦੇ ਜਦੋਂ CRR ਹਾਈਅਰ ਹੋਊਗਾ ਅਤੇ ਕ੍ਰੈਡਿਟ ਮਲਟੀਪਲਾਇਰ ਲੋਅਰ ਹੋਊਗਾ। ਠੀਕ ਹੈ, ਇਹਦੀ ਜਿਹੜੀ ਕ੍ਰੈਡਿਟ ਮਲਟੀਪਲਾਇਰ ਦੀ ਵੈਲਿਊ ਜਿਹੜੀ ਉਹ ਲੋਅਰ ਹੋਊਗੀ। ਇਸ ਤੋਂ ਬਿਨਾਂ ਜੇ CRR ਕੀ ਆ ਲੋਅਰ ਆ ਤਾਂ ਜਿਹੜਾ ਕੀ ਆ ਕ੍ਰੈਡਿਟ ਮਲਟੀਪਲਾਇਰ ਦੀ ਵੈਲਿਊ ਉਹ ਕੀ ਹੋਊਗੀ ਜ਼ਿਆਦਾ ਹੋਊਗੀ। ਠੀਕ ਹੈ, ਹੁਣ ਆਪਾਂ ਦੇਖਣਾ ਵੀ ਇਹ ਮੈਥਡ ਕਿਵੇਂ ਬਣਿਆ। ਇਹ ਕੀ ਆ ਸਪਲਾਈ ਨੂੰ ਮਨੀ ਸਪਲਾਈ ਨੂੰ ਜਾਂ ਕ੍ਰੈਡਿਟ ਕ੍ਰੀਏਸ਼ਨ ਨੂੰ ਕਿਵੇਂ ਕੰਟਰੋਲ ਦੇ ਵਿੱਚ ਕਰ ਸਕਦਾ। ਕਹਿੰਦੇ ਜਦੋਂ CRR ਠੀਕ ਹੈ ਜ਼ਿਆਦਾ ਹੁੰਦਾ, ਜਦੋਂ ਜਿਹੜੀ RBI ਆ CRR ਦੀ ਪਰਸੈਂਟੇਜ ਨੂੰ ਵਧਾ ਦਿੰਦੀ ਆ। ਠੀਕ ਹੈ, ਤਾਂ ਕੀ ਹੋਊਗਾ ਜਿਹੜਾ ਕ੍ਰੈਡਿਟ ਕ੍ਰੀਏਸ਼ਨ ਆ ਉਹ ਡਿਕਰੀਜ਼ ਹੋ ਜੂਗੀ। ਠੀਕ ਹੈ, ਆਪਣੀ ਮਾਰਕੀਟ ਕੋਲ ਪੈਸਾ ਘੱਟ ਜੂ ਅਤੇ ਕਮਰਸ਼ੀਅਲ ਬੈਂਕ ਕੋਲ ਪੈਸਾ ਘੱਟ ਜੂਗਾ ਕਿਉਂਕਿ ਉਹਨਾਂ ਨੂੰ ਵੱਧ ਪਰਸੈਂਟੇਜ ਦੇ ਵਿੱਚ ਕੀ ਆ CRR ਜਮ੍ਹਾਂ ਕਰਵਾਉਣਾ ਪੈ ਰਿਹਾ RBI ਕੋਲ। ਤਾਂ ਕਰਕੇ ਕਮਰਸ਼ੀਅਲ ਬੈਂਕ ਕੋਲ ਜਿਹੜੀ ਕ੍ਰੈਡਿਟ ਕ੍ਰੀਏਸ਼ਨ ਦੇ ਲਈ ਪੈਸਾ ਉਹਦੀ ਕਪੈਸਿਟੀ ਆ ਜਿਹੜੀ ਉਹ ਡਿਕਰੀਜ਼ ਹੋ ਜੂ। ਇਸ ਤੋਂ ਬਿਨਾਂ ਇਸ ਤੋਂ ਉਲਟ ਜੇ ਕਹਿੰਦੇ CRR ਨੂੰ ਕੀ ਆ ਘੱਟ ਕਰ ਦਿੱਤਾ ਜਾਵੇ ਤਾਂ ਕੀ ਹੋਊਗਾ ਜਿਹੜੀ ਕਪੈਸਿਟੀ ਆ ਕ੍ਰੈਡਿਟ ਕ੍ਰੀਏਸ਼ਨ ਦੀ ਉਹ ਕੀ ਆ ਇਨਕਰੀਜ਼ ਹੋ ਜੂ। ਠੀਕ ਹੈ, ਇਹਨਾਂ ਦੇ ਵਿੱਚ ਆਪਾਂ ਕੀ ਯਾਦ ਰੱਖਣਾ ਕਿ ਉਲਟਾ ਸੰਬੰਧ ਆ। ਠੀਕ ਹੈ, ਕੀ ਕਹਿੰਦੇ ਆ ਫੋਲੋਇੰਗ ਦਿਸ ਪ੍ਰਿੰਸੀਪਲ। ਠੀਕ ਹੈ, ਆਹ ਵਾਲਾ ਪ੍ਰਿੰਸੀਪਲ ਲਾਗੂ ਕਰਨ 'ਤੇ ਠੀਕ ਹੈ ਕੀ ਹੋਊਗਾ ਦਾ RBI ਰਾਈਜ਼ਸ CRR ਟੂ ਕਰੈਕਟ ਇਨਫਲੇਸ਼ਨ। RBI ਕੀ ਆ CRR ਨੂੰ ਰਾਈਜ਼ ਵਧਾਉਂਦੀ ਕਿਉਂ ਆ ਕਿਉਂਕਿ ਉਹਨਾਂ ਨੇ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਹੁੰਦਾ। ਘਟਾਉਂਦੀ ਕਿਉਂ ਆ ਇਹਨਾਂ ਨੂੰ ਡਿਫਲੇਸ਼ਨ ਨੂੰ ਆ ਕੀ ਆ ਕੰਟਰੋਲ ਕਰਨਾ ਹੁੰਦਾ। ਅੱਗੇ ਦੇਖੋ ਕਹਿੰਦੇ ਥਰਡ ਮੈਥਡ ਕੀ ਹੈ ਇਹਦਾ। ਥਰਡ ਮੈਥਡ ਹੈਗਾ SLR। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਦੋਨੇ। ਇਹਦੀ ਫੁੱਲ ਫਾਰਮ ਕੀ ਆ ਸਟੇਟਰੀ ਲਿਕੁਇਡਿਟੀ ਰੇਸ਼ੋ। ਠੀਕ ਹੈ, SLR ਇਜ਼ ਨਥਿੰਗ ਬਟ ਲਿਕੁਇਡ ਐਸੈਟਸ ਆਫ ਕਮਰਸ਼ੀਅਲ ਬੈਂਕਸ which they must maintain on the daily basis as a minimum percentage of their deposits। ਠੀਕ ਹੈ, ਕਮਰਸ਼ੀਅਲ ਬੈਂਕ ਨੂੰ ਜਿੰਨੇ ਵੀ ਡਿਪੋਜ਼ਿਟਸ ਹੁੰਦੇ ਆ ਉਹਨਾਂ ਵਿੱਚੋਂ ਕੁਝ ਹਿੱਸਾ
ਕੀ ਆ ਆਪਣੇ ਕੋਲ ਹੀ ਮੇਨਟੇਨ ਕਰਨਾ ਪੈਂਦਾ ਡੇਲੀ ਬੇਸਿਸ 'ਤੇ। ਮਤਲਬ ਜਿੰਨੇ ਵੀ ਉਹਨਾਂ ਦੇ ਕੋਲ ਲੋਕ ਜਮ੍ਹਾਂ ਕਰਵਾ ਕੇ ਜਾਂਦੇ ਆ ਉਹਨਾਂ ਤੋਂ ਕੁਝ ਪੈਸਾ ਉਹ ਪਾਸੇ ਕੱਢ ਕੇ ਰੱਖ ਲੈਂਦੇ ਆ ਆਪਦੇ ਕੋਲ ਹੀ। ਠੀਕ ਹੈ, ਆਪਾਂ ਇਹਦੇ ਵਿੱਚ ਕੀ ਕੀਤਾ, CRR ਵਿੱਚ RBI ਨੂੰ ਜਮ੍ਹਾਂ ਕਰਵਾਉਣੇ ਆ, ਪਰ ਇਹਨਾਂ ਨੇ ਕੀ ਆ ਆਪਦੇ ਕੋਲ ਹੀ ਜਿੰਨੇ ਡਿਪੋਜ਼ਿਟ ਆਏ ਉਹਨਾਂ 'ਚੋਂ ਕੁਝ ਹਿੱਸਾ ਕੀ ਆ, ਕੁਝ ਪਰਸੈਂਟੇਜ, ਮਿਨੀਮਮ ਪਰਸੈਂਟੇਜ ਆਪਣੇ ਕੋਲ ਰੱਖ ਲੈਣੀ ਆ। ਠੀਕ ਹੈ, ਇਹਦੇ ਵਿੱਚ ਸਿਰਫ ਕੈਸ਼ ਨੂੰ ਆ ਕੀ ਆ RBI ਕੋਲ ਜਮ੍ਹਾਂ ਕਰਵਾਇਆ ਜਾਂਦਾ, ਪਰ SLR 'ਚ ਕੀ ਆ ਇਹਦੇ ਵਿੱਚ ਕੈਸ਼ ਨੂੰ ਇਨਕਲੂਡ ਨਹੀਂ ਕੀਤਾ ਜਾਂਦਾ। ਠੀਕ ਹੈ, ਇਹਦੇ ਵਿੱਚ ਕੈਸ਼ ਪਲੱਸ ਗੋਲਡ ਪਲੱਸ ਅਦਰ ਸਿਕਿਉਰਿਟੀ ਨੂੰ ਸ਼ਾਮਿਲ ਕੀਤਾ ਜਾਂਦਾ। ਠੀਕ ਹੈ, SLR ਇਜ਼ ਫਿਕਸਡ ਬਾਈ RBI। ਅਤੇ ਜਿਹੜੇ SLR ਦੀ ਜਿਹੜੀ ਪਰਸੈਂਟੇਜ ਆ ਵੀ ਕਿੰਨਾ ਜਮ੍ਹਾਂ ਕਰਨਾ ਆਪਦੇ ਕੋਲ ਕਮਰਸ਼ੀਅਲ ਬੈਂਕ, ਉਹ ਵੀ ਕੌਣ ਫਿਕਸਡ ਕਰਦਾ, RBI ਫਿਕਸ ਕਰਦਾ। ਇੱਦੋਂ ਅੱਗੇ ਦੇਖੋ, ਹੁਣ ਆਪਾਂ ਦੇਖਦੇ ਹਾਂ, ਕਹਿੰਦੇ ਇਹ ਵੀ ਜਿਹੜਾ CRR ਦੀ ਤਰ੍ਹਾਂ ਹੀ ਕੰਮ ਕਰਦਾ। ਜਦੋਂ ਇਨਫਲੇਸ਼ਨ ਹੁੰਦੀ ਆ ਉਦੋਂ ਕੀ ਆ SLR ਨੂੰ ਕੀ ਆ ਵਧਾ ਦਿੱਤਾ ਜਾਂਦਾ। ਦੈਨ ਕੀ ਆ ਜਿਹੜੀ ਕ੍ਰੈਡਿਟ ਕ੍ਰੀਏਸ਼ਨ ਕਪੈਸਿਟੀ ਆ ਉਹ ਬੈਂਕਾਂ ਦੀ ਘਟ ਜਾਂਦੀ ਆ। ਜਦੋਂ ਡਿਫਲੇਸ਼ਨ ਆ ਜਾਂਦੀ ਆ ਉਦੋਂ SLR ਨੂੰ ਕੀ ਆ ਘੱਟ ਕਰ ਦਿੱਤਾ ਜਾਂਦਾ, ਜਿਹਦੇ ਨਾਲ ਕੀ ਆ ਜਿਹੜੀ ਕਪੈਸਿਟੀ ਆ ਉਹ ਕ੍ਰੈਡਿਟ ਦੀ ਕਪੈਸਿਟੀ ਆ ਉਹ ਐਕਸਟੈਂਡ ਹੋ ਜਾਂਦੀ ਹੈ, ਮਤਲਬ ਕਿ ਵੱਧ ਜਾਂਦੀ ਆ। ਹੁਣ ਆਪਾਂ ਇਹਨਾਂ ਦੀ ਕਲੀਅਰ ਕੱਟ ਕੀ ਆ ਦੇਖਦੇ ਹਾਂ ਵੀ ਇਹ ਅਸਲ ਦੇ ਵਿੱਚ ਇਹ ਹੁੰਦੇ ਕੀ ਆ CRR ਐਂਡ SLR। ਠੀਕ ਹੈ, ਐਗਜ਼ਾਮਪਲ ਰਾਹੀਂ ਦੇਖਦੇ ਹਾਂ। ਮਤਲਬ ਆ ਕਮਰਸ਼ੀਅਲ ਬੈਂਕ ਆ, ਇਹਨਾਂ ਦੇ ਕੋਲ ਟੋਟਲ ਡਿਪੋਜ਼ਿਟਸ ਹੁੰਦਾ। ਠੀਕ ਹੈ, ਹੁਣ ਉਹਨਾਂ ਨੂੰ ਦੋ ਤਰ੍ਹਾਂ ਦੇ ਇਹ ਗੁੱਲਕ ਹੁੰਦੇ ਆ ਕਮਰਸ਼ੀਅਲ ਬੈਂਕ ਦੇ ਕੋਲ। ਠੀਕ ਹੈ, ਇੱਕ ਹੁੰਦਾ CRR, ਦੂਜਾ ਕੀ ਹੁੰਦਾ SLR। CRR ਦੇ ਵਿੱਚ ਸਿਰਫ ਕੈਸ਼ ਜਮ੍ਹਾਂ ਹੁੰਦਾ ਜੋ ਕਿ RBI ਕੋਲ ਜਾਂਦਾ, ਅਤੇ SLR ਵਿੱਚ ਗੋਲਡ ਅਤੇ ਸਿਕਿਉਰਿਟੀ ਪਲੱਸ ਕੈਸ਼ ਵੀ ਹੁੰਦਾ ਜੋ ਡੇਲੀ ਬੇਸਿਸ 'ਤੇ ਜਿਹੜੇ ਕਮਰਸ਼ੀਅਲ ਬੈਂਕ ਆਪਦੇ ਕੋਲ ਹੀ ਜਮ੍ਹਾਂ ਕਰਦੇ ਆ। ਠੀਕ ਹੈ, ਆ RBI ਕੋਲ ਜਮ੍ਹਾਂ ਕਰਦੇ ਆ, ਆਪਦੇ ਕੋਲ ਹੀ ਜਮ੍ਹਾਂ ਕਰਦੇ ਆ। ਹੁਣ ਦੇਖੋ, ਕਹਿੰਦੇ ਇਹਨਾਂ ਦਾ ਜਿਹੜਾ ਆਪਾਂ ਕ੍ਰੈਡਿਟ ਕ੍ਰੀਏਸ਼ਨ ਪੜ੍ਹਦੇ ਹਾਂ ਜਾਂ ਸਪਲਾਈ ਆਫ ਮਨੀ ਪੜ੍ਹਦੇ ਹਾਂ, ਇਹਨਾਂ 'ਤੇ ਕੀ ਪ੍ਰਭਾਵ ਪੈਂਦਾ। ਠੀਕ ਹੈ, ਦੇਖੋ ਕਹਿੰਦੇ ਜਦੋਂ ਕੀ ਆ ਟੋਟਲ ਡਿਪੋਜ਼ਿਟ ਮੰਨ ਲਓ ਕਿਸੇ ਬੈਂਕ ਦੇ 1000 ਰੁਪਏ ਜਮ੍ਹਾਂ ਹੁੰਦਾ। ਠੀਕ ਹੈ, ਉਹਨਾਂ ਵਿੱਚੋਂ ਜੇ RBI ਨੇ ਕਹਿਤਾ ਵੀ ਤੁਸੀਂ 4% ਕੀ ਹੈ SLR ਕੱਢਣਾ ਜਾਂ ਫਿਰ CRR ਕੱਢਣਾ, ਤਾਂ ਕੀ ਹੋਊਗਾ, ਜੇ ਉਹ ਜਿਹੜੇ 1000 ਦੇ ਵਿੱਚੋਂ 4% ਕੀ ਆ ਮਤਲਬ 40 ਰੁਪਏ ਕੱਢ ਕੇ ਰੱਖ ਦੂਗਾ ਪਾਸੇ। ਠੀਕ ਹੈ, CRR ਮਤਲਬ RBI ਕੋਲ ਜਮ੍ਹਾਂ ਕਰਵਾਊਗਾ। ਠੀਕ ਹੈ, ਮਤਲਬ ਉਹਦੇ ਕੋਲ ਕਿੰਨੇ ਬਚੇ, 1000 ਵਿੱਚੋਂ 40 ਰੁਪਏ ਉਹਨੇ ਪਾਸੇ ਕੱਢ ਕੇ ਰੱਖਦੇ ਅਤੇ ਉਹਦੇ ਕੋਲ ਆਪਦੇ ਕਿੰਨੇ ਬਚੇ 960। ਠੀਕ ਹੈ, 960 ਰੁਪਏ ਬਚੇ। ਠੀਕ ਹੈ, ਜੇ ਕਹਿੰਦੀ RBI ਕੀ ਆ SLR ਜਾਂ ਫਿਰ CRR ਨੂੰ ਵਧਾ ਦਿੰਦੀ ਆ, ਮਤਲਬ 4% ਤੋਂ 5% ਕਰ ਦਿੰਦੀ ਆ, ਮਤਲਬ ਇਹ ਵੱਧ ਗਈ। ਠੀਕ ਹੈ, ਤਾਂ ਕੀ ਹੋਊਗਾ, ਤਾਂ ਕੀ ਅਸਰ ਪਊਗਾ ਉਹਨਾਂ 'ਤੇ। ਹੁਣ ਪਹਿਲਾਂ ਤਾਂ ਕਿੱਥੇ ਕਰਾ ਰਹੇ ਸੀ ਆਪਦੇ ਕੋਲ ਜਮ੍ਹਾਂ 40 ਰੁਪਏ ਸਿਰਫ। ਠੀਕ ਹੈ, ਹੁਣ ਉਹਨਾਂ ਨੂੰ ਕਰਾਉਣੇ ਪੈ ਰਹੇ ਆ 50 ਰੁਪਏ। ਠੀਕ ਹੈ, ਤਾਂ ਕਰਕੇ ਜਿਹੜੇ ਉਹਨਾਂ ਨੂੰ ਹੁਣ ਕਿੰਨੇ ਬਚੇ, ਪਹਿਲਾਂ ਤਾਂ ਉਹਨਾਂ ਕੋਲ 960 ਰੁਪਏ ਬਚਦੇ ਸੀਗੇ ਵੀ ਆਪਣਾ ਬਿਜ਼ਨਸ ਨੂੰ ਐਕਸਟੈਂਡ ਕਰਨ ਲਈ। ਠੀਕ ਹੈ, ਬਿਜ਼ਨਸ ਨੂੰ ਚਲਾਉਣ ਦੇ ਲਈ ਜਾਂ ਫਿਰ ਜਿਹੜੀ ਆਪਣੇ ਲੋਨ ਵਗੈਰਾ ਲੋਕਾਂ ਨੂੰ ਦੇਣ ਲਈ। ਹੁਣ ਕੀ ਹੈ, ਜਦੋਂ ਕਹਿੰਦੇ SLR ਜਾਂ CRR ਵੱਧ ਗਿਆ, ਮਤਲਬ 5% ਹੋ ਗਿਆ, ਉਹਨੂੰ 50 ਰੁਪਏ ਕੱਢਣੇ ਪੈਣਗੇ। ਉਹਦੇ ਕੋਲ ਕਿੰਨੇ ਬਚਦੇ ਆ ਹੁਣ ਇੱਧਰ ਦੇਖੋ, ਪਹਿਲਾਂ 960 ਬਚਦੇ ਸੀ, ਹੁਣ 950 ਬਚਦੇ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਜਦੋਂ SLR ਜਾਂ CRR ਵਧਾਏ ਜਾਂਦੇ ਆ ਤਾਂ ਕੀ ਹੁੰਦਾ, ਜਿਹੜੀ ਸਪਲਾਈ ਆਫ ਮਨੀ ਆ ਜਾਂ ਕ੍ਰੈਡਿਟ ਕ੍ਰੀਏਸ਼ਨ ਆ ਉਹ ਕੀ ਆ ਘਟ ਜਾਂਦੀ ਆ। ਠੀਕ ਹੈ, ਇਹਨਾਂ ਵਿੱਚ ਉਲਟਾ ਸੰਬੰਧ ਆ। ਠੀਕ ਹੈ, ਇਸ ਤੋਂ ਅੱਗੇ ਆਪਾਂ ਕਰਦੇ ਹਾਂ ਓਪਨ ਮਾਰਕੀਟ ਆਪਰੇਸ਼ਨ OMO। ਦੇਖੋ, ਇਹਦੀ ਸਿੰਪਲ ਜੀ ਡੈਫੀਨੇਸ਼ਨ ਆ, ਵੈਨ ਦਾ ਸੈਂਟਰਲ ਬੈਂਕ ਸੈਲਸ and purchases the securities in the open market then it is known as the open market operation। ਤੁਸੀਂ ਕੀ ਕਹਿਣਾ, ਓਪਨ ਮਾਰਕੀਟ ਆਪਰੇਸ਼ਨ ਕੀ ਹੁੰਦਾ, ਜਦੋਂ ਕੀ ਆ ਸੈਂਟਰਲ ਬੈਂਕ ਕੀ ਆ ਆਪਣੀਆਂ ਸਿਕਿਉਰਿਟੀ ਨੂੰ ਓਪਨ ਮਾਰਕੀਟ ਦੇ ਵਿੱਚ ਜਾਂ ਤਾਂ ਵੇਚਦਾ ਅਤੇ ਜਾਂ ਖਰੀਦਦਾ, ਉਹਨੂੰ ਕੀ ਕਹਿੰਦੇ ਆ ਓਪਨ ਮਾਰਕੀਟ ਆਪਰੇਸ਼ਨ ਕਿਹਾ ਜਾਂਦਾ। ਠੀਕ ਹੈ, the securities in which the central bank deals includes ਗੌਰਮੈਂਟ ਸਿਕਿਉਰਿਟੀ ਬਿਲਸ ਐਕਸੈਟਰਾ। ਠੀਕ ਹੈ, ਕਹਿੰਦੇ ਹੁਣ ਜਿਹੜੀਆਂ ਸਿਕਿਉਰਿਟੀ ਉਹਨਾਂ ਵਿੱਚ ਕੀ ਸ਼ਾਮਿਲ ਕੀਤਾ ਜਾਂਦਾ, ਕਹਿੰਦੇ ਸੈਂਟਰਲ ਬੈਂਕ ਦੇ ਜਿਹੜੇ ਡੀਲ ਕਰਦਾ ਸਿਕਿਉਰਿਟੀ ਨੂੰ, ਜਿਨ੍ਹਾਂ ਨੂੰ ਖਰੀਦਦਾ ਅਤੇ ਵੇਚਦਾ, ਉਹਦੇ ਵਿੱਚ ਗੌਰਮੈਂਟ ਸਿਕਿਉਰਿਟੀਜ਼ ਅਤੇ ਬਿਲਸ ਨੂੰ ਵੀ ਸ਼ਾਮਿਲ ਕੀਤਾ ਜਾਂਦਾ।
ਇਸ ਤੋਂ ਅੱਗੇ ਦੇਖੋ, ਵੈਨ ਦਾ ਸੈਂਟਰਲ ਬੈਂਕ ਸੈਲਸ ਦਾ ਸਿਕਿਉਰਿਟੀਜ਼ ਇਟ ਲੀਡਸ ਟੂ ਦਾ ਕੰਸਟਰਕਸ਼ਨ ਆਫ ਮਨੀ ਐਂਡ ਕ੍ਰੈਡਿਟ। ਠੀਕ ਹੈ, ਜਦੋਂ ਕਹਿੰਦੇ ਆਪਾਂ ਨੂੰ ਪਤਾ ਹੀ ਆ, ਆਪਾਂ ਜਦੋਂ ਕੋਈ ਚੀਜ਼ ਵੇਚ ਦਿੰਦੇ ਆ ਤਾਂ ਆਪਣੇ ਕੋਲ ਬਾਕੀ ਕੁਝ ਨਹੀਂ ਬਚਦਾ। ਠੀਕ ਹੈ, ਮਤਲਬ ਆਪਣੇ ਕੋਲ ਕਮੀ ਆਊਗੀ ਕਿਹਦੀ, ਕ੍ਰੈਡਿਟ ਦੀ ਜਾਂ ਫਿਰ ਮਨੀ ਦੀ। ਇਸੇ ਤਰ੍ਹਾਂ ਜਦੋਂ ਸੈਂਟਰਲ ਬੈਂਕ ਜਿਹੜੀ ਸਿਕਿਉਰਿਟੀਜ਼ ਨੂੰ ਕੀ ਆ ਵੇਚਦਾ ਤਾਂ ਉਹ ਕੀ ਆ, ਉਹਦੇ ਨਾਲ ਕੀ ਹੁੰਦੀ ਆ, ਜਿਹੜੀ ਮਨੀ ਸਪਲਾਈ ਆ ਜਾਂ ਕ੍ਰੀਏਸ਼ਨ ਆ ਉਹ ਘਟਦੀ ਆ। ਔਨ ਦਾ ਅਦਰ ਹੈਂਡ, ਵੈਨ ਦਾ ਸੈਂਟਰਲ ਬੈਂਕ ਪਰਚੇਜ਼ ਦਾ ਸਿਕਿਉਰਿਟੀ ਇਟ ਲੀਡਸ ਟੂ ਦਾ ਐਕਸਪੈਂਸ਼ਨ ਆਫ ਦਾ ਮਨੀ। ਠੀਕ ਹੈ, ਮਨੀ ਦੇ ਵਿੱਚ ਵਾਧਾ ਕਦੋਂ ਹੁੰਦਾ, ਜਦੋਂ ਇਹ ਕੋਈ ਚੀਜ਼ ਖਰੀਦਦੀ। ਆਪਾਂ ਨੂੰ ਪਤਾ ਜਦੋਂ ਆਪਾਂ ਕੋਈ ਚੀਜ਼ ਖਰੀਦਦੇ ਹਾਂ ਤਾਂ ਆਪਾਂ ਨੂੰ ਕੀ ਆ, ਵਾਧਾ ਹੁੰਦਾ। ਠੀਕ ਹੈ, ਆਪਣੀਆਂ ਸਿਕਿਉਰਿਟੀਜ਼ ਵੱਧਦੀਆਂ। ਠੀਕ ਹੈ, ਉਹਦੇ ਨਾਲ ਕੀ ਆ, ਐਕਸਪੈਂਸ਼ਨ ਹੁੰਦੀ ਹੈ, ਮਤਲਬ ਕੀ ਹੈ ਮਨੀ ਅਤੇ ਕ੍ਰੈਡਿਟ ਦੇ ਵਿੱਚ ਵਾਧਾ ਹੁੰਦਾ। ਠੀਕ ਹੈ, therefore the tool of open market operations aim as influencing the cash reserves with the banking system and interest rate। ਠੀਕ ਹੈ, ਇਹਦਾ ਮਤਲਬ ਕੀ ਆ, ਹੁਣ ਆਪਾਂ ਕਹਿ ਸਕਦੇ ਹਾਂ ਵੀ ਇਹਦਾ ਏਮ ਕੀ ਹੈ, ਇਹਦਾ ਏਮ ਹੁੰਦਾ ਵਾ ਵੀ ਜਿਹੜੇ ਬੈਂਕਾਂ ਦੇ ਵਿੱਚ ਬੈਂਕਿੰਗ ਸਿਸਟਮ ਦੇ ਵਿੱਚ ਇੰਟਰਸਟ ਰੇਟ ਆ, ਠੀਕ ਹੈ, ਜਾਂ ਫਿਰ ਕੈਸ਼ ਰਿਜ਼ਰਵਸ ਆ, ਉਹਨਾਂ ਦੇ ਵਿੱਚ ਉਤਾਰ ਚੜਾਵ ਕਰਨਾ, ਉਹਨਾਂ ਨੂੰ ਖਰੀਦਣਾ ਅਤੇ ਵੇਚਣਾ। ਠੀਕ ਹੈ, ਹੁਣ ਆਪਾਂ ਕਹਿੰਦੇ ਜਿਹੜੀ ਇਹਦੀ ਸਕਸੈਸ ਆ, ਠੀਕ ਹੈ, ਓਪਨ ਮਾਰਕੀਟ ਓਪਰੇਸ਼ਨ ਮੈਥਡ ਦੀ ਸਕਸੈਸ ਆ, ਇਹ ਕਿਹਦੇ 'ਤੇ ਡਿਪੈਂਡ ਕਰਦੀ ਆ। ਇਹਦਾ ਫਸਟ ਪੁਆਇੰਟ ਕੀ ਆ, ਦੇਖੋ ਕਹਿੰਦੇ ਜਿਹੜੀ ਸਕਸੈਸਫੁਲੀ ਇੰਪਲੀਮੈਂਟਡ ਜਿਹੜੇ ਓਪਨ ਮਾਰਕੀਟ ਓਪਰੇਸ਼ਨ ਆ ਉਹ ਤਾਂ ਹੀ ਸਕਸੈਸਫੁਲ ਹੋ ਕੇ ਇੰਪਲੀਮੈਂਟ ਹੋਊਗਾ, ਲਾਗੂ ਹੋਊਗਾ, ਜੇਕਰ ਜਿਹੜੀ ਸਿਕਿਉਰਿਟੀ ਮਾਰਕੀਟ ਆ ਉਹ ਵੈਲ ਔਰਗਨਾਈਜ਼ਡ ਅਤੇ ਵੈਲ ਡਿਵੈਲਪਮੈਂਟ ਹੋਈ ਹੋਵੇ, ਉਹਦੀ ਵੈਲ ਡਿਵੈਲਪਡ ਐਂਡ ਔਰਗਨਾਈਜ਼ਡ ਹੋਵੇ। ਠੀਕ ਹੈ, ਆਪਾਂ ਨੂੰ ਪਤਾ ਹੀ ਹੈ ਜਦੋਂ ਮਾਰਕੀਟ ਬਹੁਤ ਵਧੀਆ ਕੰਮ ਡਿਵੈਲਪਡ ਹੋਣ, ਔਰਗਨਾਈਜ਼ਡ ਹੋਣ, ਤਾਂ ਹੀ ਜਿਹੜੇ ਓਪਨ ਮਾਰਕੀਟ ਓਪਰੇਸ਼ਨਸ ਆ ਸਕਸੈਸਫੁਲ ਹੋ ਸਕਦੇ ਆ। ਇਸ ਤੋਂ ਅੱਗੇ ਦੇਖੋ, ਕਮਰਸ਼ੀਅਲ ਬੈਂਕਸ ਮਸਟ ਕੀਪ ਰਿਜ਼ਰਵਸ ਵਿਚ ਆਰ ਜਸਟ ਸਫੀਸ਼ੀਐਂਟ ਟੂ ਸੈਟਿਸਫਾਈ ਦਾ ਲੀਗਲ ਰਿਕੁਆਇਰਮੈਂਟ। ਕਹਿੰਦੇ ਕਮਰਸ਼ੀਅਲ ਬੈਂਕ ਨੂੰ ਉਨੇ ਹੀ ਰਿਜ਼ਰਵ ਰੱਖਣੇ ਪੈਂਦੇ ਆ ਜਿੰਨੀ ਕਿ ਉਹਨਾਂ ਦੀ ਲੀਗਲ ਰਿਕੁਆਇਰਮੈਂਟ ਹੁੰਦੀ ਹੈ, ਮਤਲਬ ਜਿੰਨਾ ਲੀਗਲੀ ਤੌਰ 'ਤੇ ਉਹਨਾਂ ਨੂੰ ਕਿਹਾ ਜਾਂਦਾ ਉਨੀ ਹੀ ਜੇਕਰ ਉਹ ਰਿਜ਼ਰਵ ਰੱਖਣਗੇ ਤਾਂ ਹੀ ਇਹ ਸਕਸੈਸਫੁਲ ਹੋਊਗੀ। ਇੱਦੋਂ ਅੱਗੇ ਆ ਫੇਵਰੇਬਲ ਰਿਸਪੌਂਸ ਆਫ ਦਾ ਬੋਰੋਰਸ ਇਜ਼ ਐਕਸਪੈਕਟਡ ਫॉर ਦਾ ਸਕਸੈਸ ਆਫ ਓਪਨ ਮਾਰਕੀਟ ਓਪਰੇਸ਼ਨਸ। ਇਹਦੇ ਵਿੱਚ ਕੀ ਕਿਹਾ ਗਿਆ, ਦੇਖੋ ਕਹਿੰਦੇ ਓਪਨ ਮਾਰਕੀਟ ਵਿੱਚ ਕੀ ਐਕਸਪੈਕਟ ਕੀਤਾ ਜਾਂਦਾ ਕਿ ਜਿਹੜਾ ਕੀ ਆ, ਜਿਹੜੇ ਬੋਰੋ ਕਰਦੇ ਆ ਕਮਰਸ਼ੀਅਲ ਬੈਂਕ ਤੋਂ, ਠੀਕ ਹੈ, ਉਹ ਕੀ ਆ ਇਹਦੀ ਸਕਸੈਸ ਦੇ ਉੱਪਰ ਨਿਰਭਰ ਕਰਦੇ ਆ ਵੀ ਜਿੰਨਾ ਜ਼ਿਆਦਾ ਇਹਨਾਂ ਲੋਕ ਬੋਰੋ ਕਰਨਗੇ ਉਨੀ ਹੀ ਕੀ ਸਕਸੈਸਫੁਲ ਹੋਊਗੀ, ਓਪਨ ਮਾਰਕੀਟ ਓਪਰੇਸ਼ਨ ਸਕਸੈਸਫੁਲ ਹੋਊਗਾ। ਠੀਕ ਹੈ, ਇਹ ਟੌਪਿਕ ਆਪਣਾ ਇੱਥੇ ਫਿਨਿਸ਼ ਹੋ ਜਾਊਗਾ। ਇੱਦੋਂ ਅੱਗੇ ਆਪਾਂ ਕੁਆਲੀਟੇਟਿਵ ਮੈਥਡਸ ਸਟਾਰਟ ਕਰਾਂਗੇ। ਸੋ ਥੈਂਕ ਯੂ ਸਟੂਡੈਂਟਸ।